ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦਾ ਗੁਰਿਆਈ ਦਿਵਸ ਹੈ। ਸਭ ਤੋਂ ਪਹਿਲਾਂ ਤਾਂ ਸਾਰੀਆਂ ਸੰਗਤਾਂ ਨੂੰ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਦੀ ਗੁਰਿਆਈ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਦੀ ਸ਼ਹੀਦੀ ਨੂੰ ਸਮਰਪਿਤ ਅਸੀਂ ਇਹ ਗੁਰਮਤਿ ਕੈਂਪ ਗੁਰਮਤਿ ਸਮਾਗਮ ਆਰੰਭੇ ਨੇ, ਜਿਨ੍ਹਾਂ ਦੇ ਸ਼ਹੀਦੀ ਦਿਹਾੜੇ ਅੱਗੇ ਜੂਨ ਦੇ ਵਿੱਚ ਆਉਣੇ ਨੇ। ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ, ਜਿਨ੍ਹਾਂ ਦੀ ਸ਼ਹਾਦਤ ਦੀ ਲੜੀ ਵੀ ਇਤਿਹਾਸ ਦੀ ਅਸੀਂ ਕੱਲ ਤੋਂ ਸ਼ੁਰੂ ਕਰਨੀ ਹੈ, ਕਿਉਂਕਿ ਅੱਜ ਗੁਰਤਾ ਗੱਦੀ ਦਿਵਸ ਸੀ। ਇਤਿਹਾਸ ਦੇ ਅੱਜ ਦੇ ਤਵਾਰੀਖ ਦੇ ਪੰਨੇ ਦੇ ਉੱਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦਾ ਗੁਰਤਾ ਗੱਦੀ ਦਿਵਸ ਦਾ ਜ਼ਿਕਰ ਹੈ। ਇਸ ਕਰਕੇ ਅੱਜ ਇਸ ਪੱਖ ਤੋਂ ਆਪ ਸੰਗਤਾਂ ਦੇ ਨਾਲ ਥੋੜੀ ਜਿਹੀ ਵਿਚਾਰ ਕਰਨੀ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਜਦੋਂ ਸ਼ਹਾਦਤ ਹੁੰਦੀ ਹੈ, ਇਸ ਦੇ ਬਾਰੇ ਅਗਲੇ ਦਿਨਾਂ ਦੇ ਵਿੱਚ ਵਿਚਾਰ ਕਰਾਂਗੇ। ਇਹ ਸ਼ਹਾਦਤ ਕਿਵੇਂ ਹੋਈ, ਕੀ ਕਾਰਨ ਹੋਏ। ਸ਼ਹਾਦਤ ਤੋਂ ਬਾਅਦ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀਆਂ ਦਾ ਇਕਲੌਤੇ ਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਿਆਈ ਦੀ ਬਖਸ਼ਿਸ਼ ਹੋਈ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੋ 25 ਮਈ ਸਨ 1606 ਈਸਵੀ ਨੂੰ ਇਸ ਪਾਵਨ ਗੁਰਿਆਈ ਦੀ ਬਖਸ਼ਿਸ਼ ਨੂੰ ਸੰਭਾਲਦੇ ਨੇ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਨ੍ਹਾਂ ਦੇ ਬਾਰੇ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਦਲ ਭੱਜਣ ਗੁਰ ਸੂਰਮਾ ਬੜ ਜੋਧਾ ਬਹੁ ਪਰ ਉਪਕਾਰੀ। ਐਸੇ ਸੂਰਮੇ, ਐਸੇ ਦੀਨ ਦਇਆਲ ਸਤਿਗੁਰੂ, ਵੱਡੇ ਯੋਧੇ, ਵੱਡੇ ਪਰ ਉਪਕਾਰੀ ਯੋਧੇ ਜੋ ਇਸ ਧਰਤੀ ਤੇ ਆਏ ਅਤੇ ਆਪਣੇ ਪਿਤਾ ਦੀ ਸ਼ਹਾਦਤ ਤੋਂ ਬਾਅਦ ਜਦੋਂ ਗੁਰਿਆਈ ਸੰਭਾਲੀ, ਸਿੱਖ ਪੰਥ ਦੇ ਵਿੱਚ ਇੱਕ ਨਵਾਂ ਜੋਸ਼ ਭਰ ਦਿੱਤਾ। ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਸ਼ਹਾਦਤ ਜਿਹੜੀ ਦੁਨੀਆ ਨੂੰ ਇਹ ਦੱਸ ਦਿੰਦੀ ਹੈ ਕਿ ਜ਼ਾਲਮੋ, ਤੁਸੀਂ ਸਾਡੇ ਉੱਤੇ ਅਤਿਆਚਾਰ ਕਰਦੇ ਹੋ, ਸਿੱਖਾਂ ਦੇ ਸਬਰ ਦੀ ਪਰਖ ਕਰਦੇ ਹੋ। ਸਿੱਖਾਂ ਦੇ ਸਬਰ ਪਰਖਦੇ ਪਰਖਦੇ ਤੁਹਾਡੇ ਜੀਵਨ ਲੰਘ ਜਾਣਗੇ। ਸਿੱਖਾਂ ਦਾ ਸਬਰ ਤੁਸੀਂ ਨਹੀਂ ਮੁਕਾ ਸਕੋਗੇ, ਪਰ ਜਦੋਂ ਸਬਰ ਵੀ ਆਖੀਰ ਤੱਕ ਚਲਾ ਜਾਵੇ, ਫਿਰ ਤਲਵਾਰ ਉਠਾਉਣੀ ਲਾਜ਼ਮੀ ਹੋ ਜਾਂਦੀ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਗੁਰਿਆਈ ਸੰਭਾਲਦੇ ਨੇ, ਫਿਰ ਮੀਰੀ ਅਤੇ ਪੀਰੀ ਦਾ ਸਿਧਾਂਤ ਇਕੱਠਾ ਕਰਦੇ ਨੇ। ਇਸ ਵਿਸ਼ੇ ਨੂੰ ਲੈ ਕੇ ਥੋੜੀ ਜਿਹੀ ਵਿਚਾਰ ਕਰਾਂਗਾ ਕਿ ਪਹਿਲਾਂ ਸ਼ਸਤਰ ਦੀ ਵਰਤੋਂ ਗੁਰੂ ਘਰ ਵਿੱਚ ਨਹੀਂ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਕਿਸੇ ਵੀ ਗੁਰੂ ਨੇ ਯੋਧਿਆਂ ਵਾਲੇ ਕਾਰਜ ਨਹੀਂ ਕੀਤੇ। ਗੁਰੂ ਨਾਨਕ ਸਾਹਿਬ ਬਾਬਰ ਨੂੰ ਜਾਬਰ ਕਹਿੰਦੇ ਨੇ, ਇਹ ਵੱਡ ਯੋਧਾ ਬਹੁ ਪਰ ਉਪਕਾਰੀ ਹੀ ਹੈ। ਗੁਰੂ ਅੰਗਦ ਸਾਹਿਬ ਦੇ ਉੱਤੇ ਚੜ ਕੇ ਆਇਆ, ਤਲਵਾਰ ਕੱਢੀ ਉਹ ਹਮਾਯੂ ਨੇ, ਉਸ ਨੂੰ ਗੁਰੂ ਪਾਤਸ਼ਾਹ ਨੇ ਜਵਾਬ ਦਿੱਤਾ, ਇਹ ਵੱਡ ਯੋਧਾ ਬਹੁ ਪਰ ਉਪਕਾਰੀ ਹੀ ਹੈ। ਪਰ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਦੇ ਵੇਲੇ ਜ਼ੁਲਮ ਦੀ ਆਖੀਰ ਹੋ ਗਈ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੇ ਫਿਰ ਇੱਕ ਕੌਮ ਨੂੰ ਨਵਾਂ ਸਿਧਾਂਤ ਦਿੱਤਾ। ਇੱਕ ਕੌਮ ਨੂੰ ਸ਼ਸਤਰਧਾਰੀ ਹੋਣ ਦਾ ਆਦੇਸ਼ ਕੀਤਾ। ਕੌਮ ਨੂੰ ਕਿਹਾ, ਸ਼ਸਤਰਧਾਰੀ ਹੋਵੋ, ਜ਼ੁਲਮ ਦਾ ਡਟ ਕੇ ਮੁਕਾਬਲਾ ਕਰੋ, ਕਿਉਂਕਿ ਜ਼ੁਲਮ ਜਰਨਾ ਵੀ ਪਾਪ ਹੈ ਤੇ ਜ਼ੁਲਮ ਕਰਨਾ ਵੀ ਪਾਪ ਹੈ। ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿੱਚੋਂ ਸਾਨੂੰ ਮਿਲਦਾ ਹੈ, ਭੈ ਕਾਹੂ ਕੋ ਦੇਤ ਨਹਿ ਨਹਿ ਪੈ ਮਾਨਤ ਆਨ। ਕਿਸੇ ਨੂੰ ਨਾ ਡਰਾਉਣਾ ਤੇ ਨਾ ਡਰਨਾ ਹੈ ਕਿ ਜਦੋਂ ਜ਼ੁਲਮ ਆਖੀਰ ਤੱਕ ਚਲਾ ਜਾਵੇ, ਫਿਰ ਸ਼ਸਤਰਧਾਰੀ ਹੋਣਾ ਲਾਜ਼ਮੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰਾਜਨੀਤੀ ਅਤੇ ਧਰਮ ਨੂੰ ਇਕੱਠਿਆਂ ਕਰ ਦਿੱਤਾ। ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ। ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ ਵਰਗਿਆਂ ਯੋਧਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਉਸਾਰਿਆ। ਆਪਣੇ ਹੱਥਾਂ ਦੇ ਨਾਲ ਇਸ ਤਖਤ ਦੀ ਉਸਾਰੀ ਕੀਤੀ। ਦੋ ਨਿਸ਼ਾਨ ਸਾਹਿਬ ਚਲਾਏ ਗਏ, ਇੱਕ ਮੀਰੀ ਦਾ ਅਤੇ ਇੱਕ ਪੀਰੀ ਦਾ। ਇੱਕ ਪਾਸੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਰਗਾ ਉਹ ਰੂਹਾਨੀਅਤ ਦਾ ਮੁਜੱਸਮਾ ਹੈ, ਵਿੱਚ ਦਰਸ਼ਨੀ ਡਿਓੜੀ ਹੈ। ਦੂਸਰੇ ਪਾਸੇ ਰਾਜਨੀਤੀ ਦਾ ਸਿਖਰ ਸ੍ਰੀ ਅਕਾਲ ਤਖਤ ਸਾਹਿਬ ਹੈ। ਵਿਦਵਾਨ ਕਹਿੰਦੇ ਨੇ ਕਿ ਦਰਸ਼ਨੀ ਡਿਓੜੀ ਤੋਂ ਉਹਨੇ ਹੀ ਕਦਮ ਸ੍ਰੀ ਦਰਬਾਰ ਸਾਹਿਬ ਵੱਲ ਨੇ ਤੇ ਉਹਨੇ ਹੀ ਕਦਮ ਸ੍ਰੀ ਅਕਾਲ ਤਖਤ ਸਾਹਿਬ ਵੱਲ ਨੇ। ਵੇਖੋ ਗੁਰੂ ਪਾਤਸ਼ਾਹ ਜੀ ਦੇ ਸਿਧਾਂਤ ਕਿ ਸਿੱਖਾਂ ਰਾਜਨੀਤੀ ਅਤੇ ਧਰਮ ਇਕੱਠੇ ਨੇ।
ਪਰ ਇਹਨਾਂ ਦੇ ਵਿੱਚ ਦਰਸ਼ਨੀ ਡਿਓੜੀ ਦਾ ਵਿਖਰੇਵਾ ਵੀ ਹੈ। ਇਹ ਇਕੱਠਿਆਂ ਹੁੰਦਿਆਂ ਹੋਇਆਂ ਵੀ ਵੱਖ ਹੋਣੇ ਚਾਹੀਦੇ ਨੇ। ਰਾਜਨੀਤੀ ਧਰਮ ਦੇ ਥੱਲੇ ਹੋਵੇਗੀ ਤੇ ਭਲਾ ਕਰੇਗੀ, ਧਰਮ ਰਾਜਨੀਤੀ ਦੇ ਅਧੀਨ ਹੋ ਜਾਵੇਗਾ ਤੇ ਵਿਨਾਸ਼ ਦਾ ਕਾਰਨ ਬਣੇਗਾ। ਗੁਰੂ ਪਾਤਸ਼ਾਹ ਜੀ ਨੇ ਰਾਜਨੀਤੀ ਤੇ ਧਰਮ ਨੂੰ ਇਕੱਠਿਆਂ ਕੀਤਾ, ਸਿੱਖਾਂ ਨੂੰ ਸ਼ਸਤਰਧਾਰੀ ਹੋਣ ਦਾ ਆਦੇਸ਼ ਕੀਤਾ। ਹਰ ਸਿੱਖ ਨੂੰ ਆਦੇਸ਼ ਕੀਤਾ ਵਧੀਆ ਤੋਂ ਵਧੀਆ ਘੋੜੇ ਲਿਆਏ ਜਾਣ, ਵਧੀਆ ਤੋਂ ਵਧੀਆ ਸ਼ਸਤਰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੋ। ਅੱਗੇ ਤੁਸੀਂ ਹੋਰ ਕੀਮਤੀ ਭੇਟਾਵਾਂ ਲਿਆਉਂਦੇ ਹੋਵੋਗੇ, ਪਰ ਗੁਰੂ ਕਿਉਂ ਸਿੱਖੋ ਅੱਜ ਤੋਂ ਜੇਕਰ ਚਾਹੁੰਦੇ ਹੋ ਗੁਰੂ ਹਰਗੋਬਿੰਦ ਸਾਹਿਬ ਤੁਹਾਡੇ ਉੱਤੇ ਖੁਸ਼ ਹੋਵੇ, ਵੱਡੇ ਤੋਂ ਵੱਡਾ ਘੋੜਾ, ਵਧੀਆ ਤੋਂ ਵਧੀਆ ਭੇਟ ਕਰੋ, ਵਧੀਆ ਤੋਂ ਵਧੀਆ ਸ਼ਸਤਰ ਭੇਟ ਕਰੋ, ਆਪਣੀਆਂ ਜਵਾਨੀਆਂ ਭੇਟ ਕਰੋ। ਇਸ ਜ਼ੁਲਮ ਨੂੰ ਜੜੋਂ ਪੁੱਟਣ ਦਾ ਸਮਾਂ ਆ ਗਿਆ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਇੱਕ ਤਗੜੀ ਸੈਨਾ ਤਿਆਰ ਕੀਤੀ। ਜ਼ੁਲਮ ਨੂੰ ਪੁੱਟਣ ਦੇ ਵਾਸਤੇ ਰਾਜਨੀਤੀ ਘੜੀ ਗਈ। ਉਧਰ ਪਾਤਸ਼ਾਹ ਜੀ ਨੇ ਸ਼ਹਿਨਸ਼ਾਹਾਂ ਵਾਲੇ ਠਾਠ ਬਾਠ ਰੱਖੇ। ਜੇ ਸਰਕਾਰਾਂ ਮੁਗਲ ਕਹਿੰਦੀ ਸੀ ਕਿ ਕੋਈ ਉੱਚੇ ਥੜੇ ਉੱਤੇ ਬਹਿ ਨਹੀਂ ਸਕਦਾ, ਉਹ ਅਧਿਕਾਰ ਕੇਵਲ ਮੁਗਲਾਂ ਦੇ ਕੋਲ ਹੈ। ਗੁਰੂ ਪਾਤਸ਼ਾਹ ਜੀ ਨੇ ਉੱਚਾ ਥੜਾ ਉਸਾਰ ਕੇ ਉਹਦੇ ਉੱਤੇ ਗੁਰਤਾ ਗੱਦੀ ਉੱਤੇ ਬਹਿ ਕੇ ਦਿਖਾਇਆ। ਉਸ ਉੱਚੇ ਥੜੇ ਤੇ ਬਹਿ ਕੇ ਦਿਖਾਇਆ, ਲਲਕਾਰਿਆ, ਤੁਸੀਂ ਸਾਨੂੰ ਦਬਾ ਨਹੀਂ ਸਕਦੇ। ਜੇਕਰ ਸਰਕਾਰਾਂ ਨੇ ਕਿਹਾ, ਜੇਕਰ ਸ਼ਾਸਕਾਂ ਨੇ ਕਿਹਾ, ਜ਼ਾਲਮਾਂ ਨੇ ਕਿਹਾ, ਕੋਈ ਵੀ ਘੋੜੇ ਉੱਤੇ ਨਹੀਂ ਚੜ ਸਕਦਾ। ਗੁਰੂ ਪਾਤਸ਼ਾਹ ਨੇ ਆਪਣੇ ਸਿੱਖਾਂ ਨੂੰ ਘੋੜਿਆਂ ਉੱਤੇ ਚੜ੍ਹਨ ਦਾ ਆਦੇਸ਼ ਦਿੱਤਾ। ਉਹਨਾਂ ਕਿਹਾ ਕੋਈ ਚਾਨਣੀ ਨਹੀਂ ਲਾਵੇਗਾ, ਕੋਈ ਚੌਰ ਨਹੀਂ ਝੁਲਾਵੇਗਾ। ਪਾਤਸ਼ਾਹ ਨੇ ਚਾਨਣੀ ਵੀ ਲਾਈ, ਪਾਤਸ਼ਾਹ ਨੇ ਚੌਰ ਵੀ ਝੁਲਾਏ। ਕਿਤੇ ਉਹ ਸਮਾਂ ਸੀ ਜਦੋਂ ਫੈਸਲੇ ਉਸ ਮੁਗਲ ਸ਼ਾਸਕ ਦੇ ਦਰਬਾਰ ਦੇ ਵਿੱਚ ਹੁੰਦੇ ਸਨ। ਹੁਣ ਸਿੱਖਾਂ ਦੇ ਫੈਸਲੇ ਸ੍ਰੀ ਅਕਾਲ ਤਖਤ ਸਾਹਿਬ ਹੋਣ ਲੱਗੇ। ਇੱਕ ਬਰਾਬਰ ਦਾ ਧੜਾ ਖੜਾ ਹੋ ਗਿਆ। ਇੱਕ ਜ਼ੁਲਮ ਨੂੰ ਰੋਕਣ ਦੇ ਵਾਸਤੇ ਵਹੀਰ ਖੜੀ ਹੋ ਗਈ। ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀਆਂ ਦੀ ਸ਼ਹਾਦਤ ਦੇ ਵਿੱਚੋਂ ਸ੍ਰੀ ਅਕਾਲ ਤਖਤ ਸਾਹਿਬ ਨਿਕਲਦਾ ਹੈ ਅਤੇ ਅਕਾਲ ਤਖਤ ਸਾਹਿਬ ਐਸੀ ਨੁਹਾਰ ਲੈ ਕੇ ਆਉਂਦਾ ਹੈ ਕਿ ਸਿੱਖਾਂ ਨੇ ਸ਼ਸਤਰਧਾਰੀ ਹੋ ਕੇ ਜ਼ੁਲਮ ਦੇ ਖਿਲਾਫ ਲੜਨਾ ਸ਼ੁਰੂ ਕਰ ਦਿੱਤਾ। ਗੁਰੂ ਪਾਤਸ਼ਾਹ ਜੀ ਨੇ ਆਦੇਸ਼ ਕੀਤਾ ਹਰ ਇੱਕ ਸਿੱਖ ਸ਼ਸਤਰਧਾਰੀ ਹੋਣਾ ਚਾਹੀਦਾ ਹੈ। ਅੱਜ ਅਸੀਂ ਦੇਖ ਰਹੇ ਸੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਨੇ ਸੰਗਤ ਨੂੰ ਬੇਨਤੀ ਕੀਤੀ ਹੈ ਕਿ ਸਮਾਂ ਐਸਾ ਹੈ ਕਿ ਹਰ ਇੱਕ ਸਿੱਖ ਦੇ ਕੋਲ ਲਾਇਸੈਂਸੀ ਹਥਿਆਰ ਹੋਣਾ ਚਾਹੀਦਾ ਹੈ, ਸਿੱਖ ਸ਼ਸਤਰਧਾਰੀ ਹੋਣਾ ਚਾਹੀਦਾ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਾਡੇ ਗੁਰੂ ਸਾਹਿਬਾਨਾਂ ਦੇ ਸਿਧਾਂਤ ਨੇ। ਗੁਰੂ ਸਾਹਿਬਾਨ, ਮੈਂ ਅੱਗੇ ਅੱਜ ਅਸੀਂ ਕੈਂਪ ਦੇ ਵਿੱਚ ਬੱਚਿਆਂ ਨਾਲ ਬੇਨਤੀ ਕਰ ਰਹੇ ਸਾਂ ਕਿ ਲੋਕਾਂ ਦੀ ਤਲਵਾਰ ਹੁੰਦੀ ਹੈ, ਖਾਲਸੇ ਦੀ ਕਿਰਪਾਨ ਹੈ। ਕਿਉਂ? ਤਲਵਾਰ ਵਾਰ ਕਰਦੀ ਹੈ, ਕਿਰਪਾਨ ਕਿਰਪਾ ਕਰਦੀ ਹੈ। ਤਲਵਾਰ ਜ਼ੁਲਮ ਕਰੇਗੀ, ਕਿਰਪਾਨ ਜ਼ੁਲਮ ਨੂੰ ਰੋਕੇਗੀ। ਇਹ ਫਰਕ ਹੈ। ਦੁਨੀਆ ਦੇ ਸ਼ਸਤਰਾਂ ਦੇ ਵਿੱਚ ਤੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਘਰ ਦੇ ਸ਼ਸਤਰਾਂ ਦੇ ਵਿੱਚ ਅੰਤਰ ਹੈ। ਉਹਨਾਂ ਨੇ ਜਦੋਂ ਸਿੱਖ ਕੌਮ ਨੂੰ ਵਧੀਆ ਤੋਂ ਵਧੀਆ ਸ਼ਸਤਰ ਰੱਖਣ ਦੀ ਬੇਨਤੀ ਕੀਤੀ, ਉਹ ਬੜਾ ਮੁੱਦਾ ਜਿਹਾ ਬਣਦਾ ਜਾਪੇ ਕਿ ਮਾਹੌਲ ਖਰਾਬ ਹੈ ਜੀ, ਮਾਹੌਲ ਖਰਾਬ ਹੈ। ਨਹੀਂ, ਸਿੱਖੋ, ਤੁਹਾਡੇ ਕੋਲ ਵਧੀਆ ਤੋਂ ਵਧੀਆ ਸ਼ਸਤਰ ਹੋਣੇ ਚਾਹੀਦੇ ਨੇ, ਪਰ ਯਾਦ ਰੱਖਿਓ ਸ਼ਸਤਰਾਂ ਦੇ ਨਾਲ ਨਾਲ ਗਿਆਨ ਹੋਣਾ ਚਾਹੀਦਾ ਹੈ। ਇਹ ਸ਼ਸਤਰ ਇਹ ਨਹੀਂ ਕਿ ਭਰਾ ਨਾਲ ਲੜ ਪਏ ਤੇ ਸ਼ਸਤਰ ਕੱਢ ਲਏ। ਜਿੱਦਣ ਤੁਹਾਡੀ ਆਣ ਤੇ ਸ਼ਾਨ ਤੇ ਬਣੇ, ਜਿੱਦਣ ਤੁਹਾਡੀ ਕੌਮ ਦੇ ਵੱਲ ਕੋਈ ਵੇਖੇ, ਜਿੱਦਣ ਤੁਹਾਡੇ ਤਖਤਾਂ ਦੇ ਵੱਲ ਕੋਈ ਵੇਖੇ, ਤੁਹਾਡੇ ਰੂਹਾਨੀਅਤ ਦੇ ਕੇਂਦਰ ਦੇ ਵੱਲ ਕੋਈ ਵੇਖੇ, ਤੁਹਾਡੇ ਸ਼ਸਤਰ ਉਦੋਂ ਨਿਕਲਣੇ ਚਾਹੀਦੇ ਨੇ। ਉਦੋਂ ਤੁਹਾਡੇ ਵਿੱਚੋਂ ਆਵਾਜ਼ ਆਵੇਗੀ, ਅਸੀਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਦੇ ਬਚਨਾਂ ਤੇ ਪ੍ਰਪੱਕ ਹਾਂ। ਜੇ ਕੋਈ ਸਾਡੇ ਵੱਲ ਦੇਖੇਗਾ, ਜੇ ਕੋਈ ਸਾਨੂੰ ਖਤਮ ਕਰਨ ਦੀ ਨੀਅਤ ਦੇ ਨਾਲ ਆਵੇਗਾ, ਤੇ ਇਹ ਕੋਈ ਵੀ ਵੱਖਰੀ ਗੱਲ ਨਹੀਂ, ਇਹ ਕੋਈ ਵੀ ਨਵੀਂ ਗੱਲ ਨਹੀਂ ਕਿ ਸਿੱਖ ਹਥਿਆਰ ਰੱਖਣਗੇ। ਹਥਿਆਰ ਸਿੱਖਾਂ ਦੇ ਕੋਲ ਹੋਣੇ ਚਾਹੀਦੇ ਨੇ। ਇਸ ਕਰਕੇ ਹਰ ਇੱਕ ਸਿੱਖ ਨੂੰ ਸ਼ਸਤਰਧਾਰੀ ਹੋਣਾ ਲਾਜ਼ਮੀ ਹੈ। ਹਰ ਇੱਕ ਸਿੱਖ ਸ਼ਸਤਰਧਾਰੀ ਹੋਣਾ ਚਾਹੀਦਾ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕੌਮ ਨੂੰ ਸ਼ਸਤਰਧਾਰੀ ਕੀਤਾ, ਇੱਕ ਨਵੀਂ ਨੁਹਾਰ ਬਖਸ਼ੀ। ਪਹਿਲੀਆਂ 5 ਪਾਤਸ਼ਾਹੀਆਂ ਨੇ ਵੀ ਉਸ ਸ਼ਸਤਰ ਦੇ ਪਿੱਛੇ ਜਿਹੜਾ ਸ਼ਾਸਤਰ, ਜਿਹਨੂੰ ਸ਼ਬਦ ਕਹਿ ਲਈਏ, ਗਿਆਨ ਦਿੱਤਾ ਕਿ ਖਾਲਸੇ ਦੇ ਸ਼ਸਤਰ ਨਿਰਾਲੇ ਹੁੰਦੇ ਨੇ। ਸਮਾਂ ਉਹ ਵੀ ਹੈ ਬਾਬਰ ਦਾ, ਜਦੋਂ ਬਾਬਰ ਐਮਨਾਬਾਦ ਦੀ ਧਰਤੀ ਤੇ ਆਉਂਦਾ ਹੈ, ਲੈ ਕੇ ਤੇ ਤਲਵਾਰਾਂ ਕਿਰਪਾਨਾਂ ਹੀ ਆਉਂਦਾ, ਸ਼ਸਤਰ ਹੀ ਲੈ ਕੇ ਆਉਂਦਾ। ਪਰ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸ਼ਸਤਰ ਵੱਖਰੇ ਨੇ, ਕਿਉਂਕਿ ਬਾਬਰ ਦੇ ਸ਼ਸਤਰ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪਾਪ ਕੀ ਜੰਜ ਲੈ ਕਾਬਲੋਂ ਧਾਇਆ। ਬਾਬਰ ਦੇ ਸ਼ਸਤਰ ਪਾਪ ਦੀ ਜੰਜ ਨੇ। ਬਾਬਰ ਦੇ ਸ਼ਸਤਰ ਤੇ ਪਾਪ ਨੇ, ਕਿਉਂਕਿ ਜ਼ੁਲਮ ਕਰ ਰਹੇ ਨੇ,
क्योंकि गरीबां नूं मार रहे ने, पर गुरु हरगोबिंद पातशाह तुहाडे शस्त्र जुल्म नहीं करते, कि जुल्म नूं रोकदे ने। जे जंगां होईयां चढ़ के आया ते उन्होंने रोकिया, किसी ते हमला नहीं किया। चाहे जंगा गुरु हरगोबिंद साहब महाराज जी के जीवन दियां पढ़ लो, चाहे गुरु कलगियां वाले पातशाह दियां 14 जंगा पढ़ लो, किते भी पहल नहीं की, चढ़े आए नूं जवाब दिता है। तां ते गुरु कलगियां वाले पातशाह कहंदे, चूं कर अज हमा हील ते दरगुजस्त, हलाल अस्त बुरदन बा शमशीर दस्त। ਜਦੋਂ ਹਰ ਹੀਲੇ ਮੁੱਕ ਜਾਣਗੇ ਸਿੱਖੋ, ਤੁਹਾਡੇ ਕੋਲ ਸਿਰਫ ਸ਼ਸਤਰ ਰਹਿਣਗੇ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਦੇ ਗੁਰਿਆਈ ਦਿਵਸ ਦੀਆਂ